ਸਤਿ ਸ਼੍ਰੀ ਅਕਾਲ ਜੀ। ਮੈਂ ਮਨਜਿੰਦਰ ਸਿੰਘ, ਤੁਸੀਂ ਦੇਖ ਰਹੇ ਹੋ PB 78 TV। ਅੱਜ ਇੱਕ ਉਹ ਦਿਨ ਹੈ ਜਿਸ ਦਿਨ ਇੱਕ ਬਹੁਤ ਹੀ ਵੱਡੇ ਸਾਇੰਸਦਾਨ ਨੇ ਇੱਕ ਬਹੁਤ ਹੀ ਵੱਡੀ ਕਾਢ ਕੱਢੀ, ਜਿਸ ਨਾਲ ਜੀਵਨ ਨੂੰ ਬਚਾਉਣ ਦੇ ਲਈ ਇੱਕ ਬਹੁਤ ਹੀ ਵੱਡਾ ਯੋਗਦਾਨ ਮਿਲਿਆ, ਜੋ ਕਿ ਸੀ ਵੀ ਇੱਕ ਇਨਸਾਨ ਦਾ ਖੂਨ ਦੂਸਰੇ ਇਨਸਾਨ ਨੂੰ ਕਿਸ ਤਰ੍ਹਾਂ ਦਿੱਤਾ ਜਾ ਸਕਦਾ ਹੈ ਜਿਸ ਨਾਲ ਉਹਦੀ ਜਾਨ ਬਚ ਸਕੇ। ਮੇਰੀ ਮੁਰਾਦ ਹੈ ਉਹ ਸਾਇੰਸਦਾਨ, ਮਹਾਨ ਸਾਇੰਸਦਾਨ ਲੈਂਡ ਸਟਿਨਰ। ਅੱਜ ਅਸੀਂ ਉਸੇ ਸਬੰਧ ਦੇ ਵਿੱਚ ਪਹੁੰਚੇ ਹਾਂ ਸਿਵਲ ਹਸਪਤਾਲ ਬੰਗਾ ਵਿਖੇ, ਜਿੱਥੇ ਕਿ ਅੱਜ ਉਸ ਸਾਇੰਸਦਾਨ, ਮਹਾਨ ਸਾਇੰਸਦਾਨ ਨੂੰ ਯਾਦ ਕਰਦਿਆਂ ਹੋਇਆਂ ਵਰਲਡ ਬਲੱਡ ਡੋਨਰ ਡੇ ਮਨਾਇਆ ਜਾ ਰਿਹਾ ਹੈ। ਔਰ ਇੱਥੇ ਵੱਖ-ਵੱਖ ਮਹਾਨ ਸ਼ਖਸੀਅਤਾਂ ਪਹੁੰਚੀਆਂ ਨੇ, ਜਿਸ ਤਰ੍ਹਾਂ ਕਿ ਇਹ ਜਿਹੜਾ ਬਲੱਡ ਡੋਨੇਸ਼ਨ ਕੈਂਪ ਹੈ ਇਹ ਬੰਗਾ ਬਲੱਡ ਡੋਨਰ ਸੁਸਾਇਟੀ ਵੱਲੋਂ ਮਨਾਇਆ ਜਾ ਰਿਹਾ ਹੈ। ਔਰ ਉਹਨਾਂ ਦੇ ਪ੍ਰਧਾਨ ਇੱਥੇ ਮੌਜੂਦ ਨੇ ਸਰਦਾਰ ਦਿਲਬਾਗ ਸਿੰਘ ਬਾਗੀ ਜੀ। ਪਹਿਲਾਂ ਉਹਨਾਂ ਕੋਲੋਂ ਜਾਣਕਾਰੀ ਲੈਂਦੇ ਹਾਂ ਅੱਜ ਦੇ ਪ੍ਰੋਗਰਾਮ ਬਾਰੇ। ਧੰਨਵਾਦ ਜੀ PB 78 ਚੈਨਲ। ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ਅੱਜ ਸਾਡੇ ਛੋਟੇ ਜਿਹੇ ਸੱਦੇ 'ਤੇ ਮਤਲਬ ਇੱਥੇ ਸਾਡੀ ਕਵਰੇਜ ਕਰਨ ਆਏ ਆ। ਅੱਜ ਦਾ ਬੜਾ ਮੁਬਾਰਕ ਦਿਨ, ਜਦੋਂ ਸਮੁੱਚਾ ਸੰਸਾਰ ਜਿਹੜਾ ਕਾਰਲ ਲੈਂਡ ਸਟੀਨਰ ਨੂੰ ਉਹਨਾਂ ਦੇ ਜਨਮ ਦਿਨ ਦੇ ਉੱਤੇ ਸ਼ਰਧਾ ਦੇ ਅਕੀਦਾ ਫੁੱਲ ਭੇਟ ਕਰ ਰਿਹਾ। ਇਸ ਮਹਾਨ ਸਾਇੰਸਦਾਨੀ ਦਾ ਪੂਰੀ ਮਨੁੱਖਤਾ ਦੇ ਉੱਤੇ ਬਹੁਤ ਵੱਡਾ ਪਰਉਪਕਾਰ ਹੈ, ਕਿਉਂਕਿ ਅੱਜ ਜਿੰਨੇ ਰੋਡ ਐਕਸੀਡੈਂਟ ਹੋ ਰਹੇ ਨੇ, ਇੰਨੇ ਲੋਕ ਬਿਮਾਰ ਹੋ ਕੇ ਨਹੀਂ ਮਰਦੇ ਜਿੰਨੇ ਰੋਡ ਐਕਸੀਡੈਂਟ 'ਚ ਮਰ ਰਹੇ ਨੇ। ਹਰ ਇਨਸਾਨ ਜਿਹੜਾ ਆ ਉਹ ਵੱਡੀ ਤੋਂ ਵੱਡੀ ਬਿਮਾਰੀ ਦਾ ਭਿਆਨਕ ਸ਼ਿਕਾਰ ਹੋ ਰਿਹਾ। ਕਿਸੇ ਦੀ ਹਾਰਟ ਦੀ ਪ੍ਰੋਬਲਮ ਆ, ਕਿਸੇ ਦਾ ਮੇਜਰ ਸਰਜਰੀ ਆ, ਉੱਥੇ ਵੀ ਬਲੱਡ ਦੀ ਲੋੜ ਪੈਂਦੀ ਆ। ਥੈਲਾਸੀਮੀਆ ਕੇਸਿਸ ਦੇ ਵਿੱਚ ਵੀ ਬਲੱਡ ਦੀ ਲੋੜ ਪੈਂਦੀ ਆ। ਲੇਕਿਨ ਉਹਨਾਂ ਨੇ ਇੱਕ ਐਦਾਂ ਦਾ ਤੋਹਫਾ ਇਸ ਸੰਸਾਰ ਨੂੰ ਦਿੱਤਾ ਵੀ ਅੱਜ ਉਸ ਭਿਆਨਕ ਦ੍ਰਿਸ਼ ਦੇ ਵਿੱਚ ਜਦੋਂ ਇਨਸਾਨ ਜ਼ਿੰਦਗੀ ਔਰ ਮੌਤ ਦੀ ਲੜਾਈ ਲੜਦਾ, ਤੇ ਉਦੋਂ ਉਹਨਾਂ ਨੇ ਇੱਕ ਕਾਢ ਕੱਢ ਕੇ ਸਾਨੂੰ ਪੇਸ਼ ਕੀਤੀ ਵੀ ਇੱਕ ਤੰਦਰੁਸਤ ਵਿਅਕਤੀ ਨੂੰ ਖੂਨ ਦੇ ਸਕਦਾ। ਇਸ ਤੋਂ ਪਹਿਲਾਂ ਪ੍ਰਧਾਨ ਜੀ ਜਾਣਕਾਰੀ ਦਿਓਗੇ ਇਹ ਕਾਰਡ ਕਿਹੜੇ ਸੰਨ ਦੇ ਵਿੱਚ ਕੱਢੀ ਗਈ ਹੈ? ਜਾਣਕਾਰੀ ਇਹ ਆਸਟ੍ਰੇਲੀਆ ਦੇ ਰਹਿਣ ਵਾਲੇ ਵਿਅਕਤੀ ਦੇ ਇਹਨਾਂ ਨੇ, ਮੈਂ ਐਗਜੈਕਟ ਦੀ ਤੁਹਾਡੇ ਨਾਲ ਗੱਲ ਸਾਂਝੀ ਕਰ ਸਕਦਾ, ਲੇਕਿਨ ਬਹੁਤ ਪੁਰਾਣਾ ਮਤਲਬ ਇਹ ਆ ਵੀ ਇਤਿਹਾਸ ਹੈ ਇਹਨਾਂ ਦਾ। ਤੇ ਜਿਹੜੀ ਕੱਢੀ ਆ ਸਾਇੰਸ ਨੇ ਬੜੀ ਅੱਜ ਤਰੱਕੀ ਕੀਤੀ ਆ, ਲੇਕਿਨ ਮਨੁੱਖੀ ਖੂਨ ਦਾ ਬਦਲ ਅੱਜ ਤੱਕ ਨਹੀਂ ਪੈਦਾ ਹੋ ਸਕਿਆ। ਉਹ ਇੱਕ ਤੰਦਰੁਸਤ ਵਿਅਕਤੀ ਹੀ ਮਤਲਬ ਖੂਨ ਦੇ ਸਕਦਾ, ਕਿਸੇ ਜ਼ਿੰਦਗੀ ਮੌਤ ਜਿਹੜੀ ਲੜਾਈ ਬੰਦਾ ਲੜ ਰਿਹਾ ਉਸ ਨੂੰ ਜੀਵਨ ਦਾਨ ਦੇ ਸਕਦਾ। ਤਾਂ ਹੀ ਅੱਜ ਸਲੋਗਨ ਲਿਖਿਆ ਜਾਂਦਾ ਖੂਨਦਾਨ ਮਹਾਨਾਨ। ਉਹਦਾ ਮਤਲਬ ਹੈ ਜਿੰਨੇ ਵੀ ਦਾਨ ਆ ਬੜੇ ਮਹੱਤਵਪੂਰਨ ਨੇ। ਕੋਈ ਕੱਪੜੇ ਦਾ ਦਾਨ ਕਰਦਾ, ਕੋਈ ਭੋਜਨ ਦਾ ਦਾਨ ਕਰਦਾ, ਕੋਈ ਹੋਰ ਕਿਸੇ ਵੀ ਤਰ੍ਹਾਂ ਦਾ ਦਾਨ ਕਰਦਾ, ਪਰ ਇਹ ਦਾਨ ਨੂੰ ਅਸੀਂ ਮਹਾਦਾਨ ਤਾਂ ਕਹਿੰਦੇ ਹਾਂ ਕਿਉਂਕਿ ਜਦੋਂ ਤੱਕ ਇੱਕ ਵਿਅਕਤੀ ਦਾ ਕੀਤਾ ਹੋਇਆ ਦਾਨ ਖੂਨ, ਜਿੰਨਾ ਚਿਰ ਉਹ ਵਿਅਕਤੀ ਜਿੰਦਾ ਰਹਿੰਦਾ, ਉਹਦੀ ਰਗਾਂ 'ਚ ਖੂਨ ਰਹਿੰਦਾ, ਉਨਾ ਚਿਰ ਤੱਕ ਉਹ ਸਦੀਵੀ ਰਹਿੰਦਾ। ਇਸ ਕਰਕੇ ਅਸੀਂ ਇਹਨੂੰ ਮਹਾਦਾਨ ਕਹਿੰਦੇ ਨੇ। ਲੇਕਿਨ ਖੂਨਦਾਨ ਜਿਹੜਾ ਦਾਨੀ ਕਰਦਾ ਉਹ ਦੇਸ਼ ਸੇਵਾ ਅਤੇ ਸਮਾਜ ਸੇਵਾ ਵਿੱਚ ਵੀ ਯੋਗਦਾਨ ਪਾਉਂਦਾ, ਅਤੇ ਨਾਲ ਦੀ ਨਾਲ ਉਸ ਦੀ ਆਪਣੀ ਤੰਦਰੁਸਤੀ ਦਾ ਸਰਟੀਫਿਕੇਟ ਵੀ ਉਹਨੂੰ ਮਿਲ ਜਾਂਦਾ। ਕਿਉਂਕਿ ਜਿਹੜੇ ਬੰਦੇ ਨੇ ਖੂਨਦਾਨ ਕਰਨਾ, ਉਹਦੇ ਨਾਲ ਦੀ ਨਾਲ ਜਿਹੜੇ ਮੇਜਰ ਟੈਸਟ ਨੇ ਉਹ ਹੋ ਜਾਣੇ ਆ। ਅਗਰ ਉਹਦਾ ਬਲੱਡ ਬਿਲਕੁਲ ਠੀਕ ਹੈ ਤੇ ਤਾਂ ਹੀ ਉਹ ਕਿਸੇ ਵਿਅਕਤੀ ਨੂੰ ਚਾੜਿਆ ਜਾਣਾ। ਅਗਰ ਕੋਈ ਉਸ ਬੰਦੇ ਦੇ, ਜਿਹੜਾ ਬੰਦਾ ਅੱਜ ਖੂਨਦਾਨ ਕਰ ਰਿਹਾ ਜਾਂ ਕਦੋਂ ਵੀ ਕਰ ਰਿਹਾ, ਉਹਦੇ ਵਿੱਚ ਕੋਈ ਕਮੀ ਪੇਸ਼ੀ ਹੋਵੇ ਤੇ ਉਸ ਬੰਦੇ ਨੂੰ ਬੜੇ ਸੀਕ੍ਰੇਟ ਤੌਰ ਤੇ ਬਲੱਡ ਬੈਂਕਾਂ ਤੋਂ ਦੱਸਿਆ ਜਾਂਦਾ ਤੇ ਉਸ ਦਾ ਪ੍ਰੋਪਰ ਜਿਹੜਾ ਇਲਾਜ ਲਈ ਉਹਨੂੰ ਗਾਈਡ ਕੀਤਾ ਜਾਂਦਾ। ਜਿਹੜੀਆਂ ਸਾਡੀਆਂ NGO ਸੰਸਥਾਵਾਂ ਨੇ, ਅਗਰ ਉਹ ਵਿਅਕਤੀ ਇਲਾਜ ਕਰਾਉਣ ਦੇ ਸਮਰਥ ਹੋਵੇ ਤੇ ਅਸੀਂ ਉਹਨਾਂ ਦੇ ਸਹਿਯੋਗੀ ਬਣਦੇ ਹਾਂ। ਕਿਉਂਕਿ ਜਿੱਥੇ ਉਹ ਸਮਾਜ ਸੇਵਾ ਤੇ ਦੇਸ਼ ਸੇਵਾ ਦੀ ਲੜਾਈ ਲੜ ਰਿਹਾ, ਅਗਰ ਉਹਦੇ ਤੇ ਆਪਣਾ ਵੀ ਕੋਈ ਸੰਕਟ ਆਵੇ, ਉਦੋਂ ਵੀ ਅਸੀਂ ਪੂਰਨ ਤੌਰ ਤੇ ਮਦਦ ਕਰਦੇ ਹਾਂ। ਬਾਗੀ ਸਾਹਿਬ, ਜਿਸ ਤਰ੍ਹਾਂ ਤੁਸੀਂ ਭਰਪੂਰ ਜਾਣਕਾਰੀ ਦੇ ਰਹੇ ਹੋ, ਜਿਸ ਤਰ੍ਹਾਂ ਕਿ ਅੱਜ ਇਹ ਕੈਂਪ ਲਾਇਆ ਜਾ ਰਿਹਾ ਹੈ, ਔਰ ਦੱਸੋਗੇ ਅੱਜ ਕਿੰਨੇ ਕੁ ਤੁਹਾਡਾ ਟਾਰਗੇਟ ਹੈ ਔਰ ਕਿੰਨੇ ਕੁ ਖੂਨਦਾਨੀ ਅੱਜ ਇੱਥੇ ਬਲੱਡ ਡੋਨੇਟ ਕਰਨਗੇ? ਬਹੁਤ ਵਧੀਆ ਸਵਾਲ ਆ ਜੀ। ਅੱਜ ਦਾ ਜਿਹੜਾ ਟੀਚਾ ਸਾਡਾ 51 ਖੂਨਦਾਨੀਆਂ ਦਾ ਮਤਲਬ ਇਹ ਆ ਵੀ ਟੀਚਾ ਹੈਗਾ ਅੱਜ 51 ਖੂਨਦਾਨ ਕਰਨਗੇ। ਸਭ ਤੋਂ ਅਹਿਮ ਤੇ ਵਿਸ਼ੇਸ਼ ਗੱਲ ਹੈ ਵੀ ਅੱਜ ਦੇ ਸਮਾਗਮ ਦੇ ਜਿਹੜੇ ਮੁੱਖ ਮਹਿਮਾਨ ਆ ਸਰਦਾਰ ਕੁਲਜੀਤ ਸਿੰਘ ਸਰਾਲ, ਲੋਕ ਦਿਲਾਂ ਦੀ ਧੜਕਣ ਨੇ। ਜਦੋਂ ਦੀ ਇਹਨਾਂ ਨੇ ਇਲਾਕੇ ਦੀ ਬਾਗਡੋਰ ਸੰਭਾਲੀ ਆ, ਉਦੋਂ ਤੋਂ ਹੀ ਹਲਕੇ ਦੇ ਵਿਕਾਸ ਦੇ ਲਈ, ਲੋਕਾਂ ਦੇ ਸਮਾਜ ਸੇਵਾ ਦੇ ਵਿੱਚ ਜੋ ਇਹਨਾਂ ਦੀ ਭੂਮਿਕਾ ਹੈ, ਉਹ ਇੱਕ ਬੰਗਾ ਹਲਕੇ ਦੇ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਲਿਖੀ ਜਾਏਗੀ। ਜਦੋਂ ਅਸੀਂ ਇਹਨਾਂ ਨੂੰ ਇਹ ਸੱਦਾ ਪੱਤਰ ਦਿੱਤਾ ਵੀ ਅਸੀਂ ਉੱਥੇ ਕੈਂਪ ਲਾਣਾ, ਤੁਸੀਂ ਐਜ ਏ ਮੁੱਖ ਮਹਿਮਾਨ ਆਓ, ਤੇ ਸਰਦਾਰ ਕੁਲਜੀਤ ਸਿੰਘ ਸਰਾਲ ਹੁਣਾਂ ਨੇ ਕਿਹਾ ਵੀ ਮੈਂ ਖੁਦ ਵੀ ਖੂਨਦਾਨ ਕਰਾਂਗਾ। ਜਦੋਂ ਇੱਕ ਲੀਡਰ ਰੋਲ ਮਾਡਲ ਉੱਭਰੇਗਾ ਤੇ ਮੈਂ ਸਮਝਦਾ ਕਿ ਇਸ ਹਲਕੇ ਦੀ ਨੁਹਾਰ ਜਿਹੜੀ ਆ ਬਦਲਣੀ ਯਕੀਨੀ ਹੈ। ਮਤਲਬ ਅੱਜ ਇਹਨਾਂ ਨੇ ਸਾਡੇ ਪ੍ਰੋਗਰਾਮ ਵਿੱਚ ਆ ਕੇ ਸਾਡੇ ਮਾਣ ਸਤਿਕਾਰ ਵਿੱਚ ਵਾਧਾ ਕੀਤਾ
ਤੇ ਮਹਾਰਾਜ ਕਿਰਪਾ ਕਰੇ ਇਹਨਾਂ ਨੂੰ ਤੰਦਰੁਸਤੀ ਬਖਸ਼ੇ, ਲੰਮੀ ਉਮਰ ਬਖਸ਼ੇ। ਐਸੇ ਤਰ੍ਹਾਂ ਸਮਾਜ ਸੇਵਾ ਦਾ ਜਜ਼ਬਾ ਜਿਹੜਾ ਇਹਨਾਂ ਦੇ ਵਿੱਚ, ਇਹਨਾਂ ਦੇ ਪਿਤਾ ਵੱਲ 'ਚ ਵੀ ਅਸੀਂ ਦੇਖਿਆ, ਔਰ ਇਹਨਾਂ ਨੇ ਜੋ ਮਤਲਬ ਕਰ ਰਹੇ ਨੇ ਪਿਛਲੇ 2-3 ਮਹੀਨੇ ਤੋਂ, ਉਹ ਵੀ ਬੜਾ ਇੱਕ ਸਤਿਕਾਰ ਦਾ ਪਾਤਰ ਆ। ਧੰਨਵਾਦ ਜੀ, ਬਹੁਤ ਹੀ ਵਧੀਆ ਗੱਲ ਕੀਤੀ ਹੈ ਬਾਗੀ ਸਾਹਿਬ ਜੀ ਨੇ ਵੀ। ਇੱਕ ਤਾਂ ਜਿਹੜਾ ਖੂਨਦਾਨ ਹੈ, ਇੱਕ ਮਹਾਂਦਾਨ ਹੈ, ਔਰ ਨਾਲ ਹੀ ਇਹਨਾਂ ਦਾ ਕਹਿਣਾ ਹੈ ਕਿ ਜੇ ਕੁਲਜੀਤ ਸਿੰਘ ਸਰਾਲ ਜੀ ਵਰਗੇ ਲੀਡਰ ਹੋਣਗੇ ਤਾਂ ਹਲਕੇ ਦੀ ਨੁਹਾਰ ਬਹੁਤ ਹੀ ਵਧੀਆ ਹੋਵੇਗੀ। ਔਰ ਜੇ ਮੈਂ ਗੱਲ ਕਰਾਂ ਤਾਂ ਜਿਸ ਤਰ੍ਹਾਂ ਕਿ ਸ਼ਿਵ ਕੌੜਾ ਜੀ ਵੀ ਇੱਥੇ ਮੌਜੂਦ ਨੇ, ਉਹਨਾਂ ਨਾਲ ਵੀ ਗੱਲ ਕਰਾਉਂਦੇ ਹਾਂ। ਦੇਖੋ, ਮੇਰੇ ਤੋਂ ਪਹਿਲੋਂ ਸਾਰੀ ਵਿਸਥਾਰ ਦੇ ਨਾਲ ਦਿਲਬਾਗ ਸਿੰਘ ਜੀ ਬਾਗੀ ਜਿਹੜੇ ਬਲੱਡ ਸੁਸਾਇਟੀ ਦੇ ਜਿਹੜੇ ਆ ਪ੍ਰਧਾਨ ਆ, ਤੇ ਨਾਲ ਐਸਐਮਓ ਸਾਹਿਬ, ਤੇ ਸਾਡੇ ਹਲਕੇ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਕੁਲਜੀਤ ਸਰਾਲ ਜੀ, ਜਿੱਥੇ ਆਪਾਂ ਲੋਕਾਂ ਨੂੰ ਮੋਟੀਵੇਟ ਪਹਿਲੋਂ ਕਰਦੇ ਸੀਗੇ ਵੀ ਇਹ ਜਿਹੜਾ ਖੂਨਦਾਨ ਆ ਸਭ ਤੋਂ ਮਹਾਨ ਦਾਨ ਆ, ਜਿਸ ਤਰ੍ਹਾਂ ਮੇਰੇ ਤੋਂ ਪਹਿਲੋਂ ਬਾਗੀ ਸਾਹਿਬ ਨੇ ਦੱਸਿਆ ਆ। ਪਰ ਲੋਕਾਂ ਨੂੰ ਰੋਲ ਮਾਡਲ ਦੇਣ ਦੇ ਲਈ ਜਿਹੜਾ ਹੈਗਾ ਆ, ਜਿੰਨੇ ਸਾਡੇ ਆਮ ਆਦਮੀ ਪਾਰਟੀ ਦੇ ਇੱਥੇ ਜ਼ਿੰਮੇਵਾਰ ਆ, ਕਿਉਂਕਿ ਅੱਜ ਸਰਕਾਰ ਵੱਲੋਂ ਇਕੱਲਾ ਆਪਾਂ ਬੰਗੇ ਵਿੱਚ ਨਹੀਂ ਆ, ਪੂਰੇ ਵਿਸ਼ਵ ਵਿੱਚ ਅੱਜ ਜਿਹੜਾ ਇਹ ਦਿਨ ਮਨਾਇਆ ਜਾ ਰਿਹਾ ਆ, ਔਰ ਇਹ ਖੂਨਦਾਨ ਜਿਹੜੇ ਕੈਂਪ ਲਗਾ ਰਹੇ ਜਾ ਰਹੇ ਨੇ। ਜਿੱਥੇ ਬਾਗੀ ਸਾਹਿਬ ਨੇ ਟਾਰਗੇਟ ਦੱਸਿਆ ਵੀ ਅੱਜ 51 ਦਾ ਹੋ ਸਕਦਾ, ਜਿਹੜੀਆਂ ਗੌਰਮੈਂਟ ਦੇ ਵੱਲੋਂ ਦਿਸ਼ਾ ਨਿਰਦੇਸ਼ ਨੇ, ਉਹਦੇ 'ਚ ਐਸਐਮ ਸਾਹਿਬ ਨੇ ਸਾਨੂੰ ਜਿੱਦਾਂ ਪਹਿਲੋਂ ਅਸੀਂ ਮਿਲੇ ਸੀਗੇ ਵੀ ਸ਼ਾਇਦ ਅਸੀਂ ਅੱਜ ਇੱਥੇ 30 ਜਾਂ 20 ਯੂਨਿਟ ਕੱਢ ਸਕਦੇ ਹਾਂ, ਕਿਉਂਕਿ ਇਹ ਅੱਜ ਦਾ ਕੈਂਪ ਨਹੀਂ ਆ, ਇਹ ਜਿਹੜੀ ਆ ਮੁਹਿੰਮ ਆ 1 ਮਹੀਨੇ ਦੇ ਲਈ ਹੈਗੀ। ਕਿਉਂ ਡਾਕਟਰ ਸਾਹਿਬ? ਹਾਂਜੀ, 1 ਮਹੀਨਾ ਮੁਹਿੰਮ ਚੱਲਣੀ ਆ ਇਹ ਇਹਨਾਂ ਦੇ ਜਨਮ ਦਿਨ ਦੇ ਉਪਲਕਸ਼ 'ਚ। ਤੇ ਮੈਨੂੰ ਜਿਹੜੀ ਖੁਸ਼ੀ ਸਭ ਤੋਂ ਜ਼ਿਆਦਾ ਇਹ ਹੋ ਰਹੀ ਆ, ਦੇਖੋ ਇੱਥੇ ਸਾਡੇ ਐਮਸੀ ਜਿਹੜੇ ਹੈਗੇ ਆ ਵਾਰਡ ਨੰਬਰ 10 ਤੋਂ ਸਰਬਜੀਤ ਜੀ ਸਾਬੀ, ਉਹ ਬਲੱਡ ਦੇ ਰਹੇ ਨੇ। ਉਸ ਤੋਂ ਬਾਅਦ ਕੁਲਜੀਤ ਸਰਾਲ ਜੀ ਦੇ ਰਹੇ ਨੇ, ਤੇ ਸਾਡੇ ਜਿਹੜੇ ਮੀਨੂ ਮੈਡਮ ਹੈਗੇ ਆ ਵਾਰਡ ਨੰਬਰ 5 ਤੋਂ ਐਮਸੀ, ਉਹਨਾਂ ਦੇ ਹਸਬੈਂਡ ਬੱਬੂ ਜੀ, ਉਹ ਬਲੱਡ ਦੇ ਰਹੇ ਨੇ। ਤੇ ਸੋਰ ਸਾਡੇ ਜਿੰਨੇ ਮਨਜਿੰਦਰ ਮਾਨ ਜੀ, ਜਿਨ੍ਹਾਂ ਨੇ ਇਲੈਕਸ਼ਨ ਲੜਿਆ ਸੀਗਾ ਵਾਰਡ ਨੰਬਰ 6 ਤੋਂ। ਇਹੀ ਗੱਲ ਲੋਕਾਂ ਨੂੰ ਸਭ ਤੋਂ ਵੱਡਾ ਸੰਦੇਸ਼ ਆ ਵੀ ਆਮ ਆਦਮੀ ਪਾਰਟੀ ਜਿਹੜੀ ਆ, ਉਹਦੀ ਕਹਿਣੀ ਕਥਨੀ ਦੇ ਵਿੱਚ ਕੋਈ ਅੰਤਰ ਨਹੀਂ। ਉਹਦੇ ਵਲੰਟੀਅਰਸ ਲੋਕਾਂ ਨੂੰ ਨਹੀਂ ਕਹਿੰਦੇ ਕਿ ਖੂਨਦਾਨ ਕਰੋ, ਆਪ ਵੀ ਕਰਦੇ। ਇਸ ਕਰਕੇ ਮੈਨੂੰ ਇਹ ਅਤਿਅੰਤ ਜਿਹੜੀ ਆ ਖੁਸ਼ੀ ਆ, ਤੇ ਮੈਂ ਇਹਨਾਂ ਦੇ ਲਈ ਵੀ ਦੁਆ ਕਰਦਾ ਵਾਹਿਗੁਰੂ ਦੇ ਚਰਨਾਂ ਦੇ ਵਿੱਚ। ਤੇ ਮੈਂ ਚਾਹੁੰਦਾ ਹਾਂ ਕਿ ਜਿਹੜੇ ਵੀ ਖੂਨਦਾਨ ਕਰ ਰਹੇ ਆ, ਪਰਮਾਤਮਾ ਉਹਨਾਂ ਨੂੰ ਤੰਦਰੁਸਤ ਰੱਖੇ। ਧੰਨਵਾਦ ਜੀ। ਸੋ ਬਹੁਤ ਬਹੁਤ ਮੁਬਾਰਕਾਂ ਜੀ ਸਭ ਤੋਂ ਪਹਿਲਾਂ PB 78 ਚੈਨਲ ਵਾਲਿਆਂ ਨੂੰ, ਕਿਉਂਕਿ ਇਹ ਜਿਹੜੀ ਖਬਰ ਆ ਇਹ ਜਨ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੈ। ਕਿਉਂਕਿ ਖੂਨਦਾਨ ਕੈਂਪ ਲਾਉਣ ਦੇ ਨਾਲੋਂ ਜ਼ਿਆਦਾ ਜਿਹੜਾ ਅਵੇਅਰਨੈਸ ਬਹੁਤ ਜ਼ਰੂਰੀ ਹੈ। ਪਿੰਡ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਹੈ, ਤਾਂ ਕਿ ਪਿੰਡਾਂ ਦੇ ਵਿੱਚ ਯੂਨਿਟ ਖੜ੍ਹੇ ਹੋਣ ਅਤੇ ਜਿਹੜੀ ਖੂਨ ਦੀ ਕਮੀ ਹੈ ਉਹ ਪੂਰੀ ਹੋ ਸਕੇ। ਮੈਂ ਦੱਸਣਾ ਚਾਹੁੰਦਾ ਕਿ 1 ਮਹੀਨੇ ਲਈ ਇਹ ਜਿਹੜਾ ਖੂਨ ਹੈ ਕਿਸੇ ਨਾ ਕਿਸੇ ਦੇ ਚੜ੍ਹਨਾ ਜ਼ਰੂਰ ਹੁੰਦਾ, ਕਿਉਂਕਿ 1 ਮਹੀਨੇ ਬਾਅਦ ਇਹ ਡਿਸਟਰੋਏ ਕਰਨਾ ਪੈਂਦਾ। ਨਹੀਂ ਤਾਂ ਇਸ ਕਰਕੇ ਬਲੱਡ ਬੈਂਕਾਂ ਦਾ ਆਪਸ ਦੇ ਵਿੱਚ ਤਾਲਮੇਲ ਬਣਿਆ ਰਹਿੰਦਾ ਕਿ ਜਿਹੜਾ ਵੀ ਖੂਨ ਹੈ ਜਿੱਥੇ ਵੀ ਲੋੜ ਹੁੰਦੀ ਹੈ ਉੱਥੇ ਤੱਕ ਪਹੁੰਚਾਇਆ ਜਾਂਦਾ, ਔਰ ਕਿਸੇ ਲੋੜਵੰਦ ਨੂੰ ਇਹ ਖੂਨ ਲੱਗਦਾ ਹੀ ਲੱਗਦਾ ਆ। ਤੇ ਇਸ ਕਰਕੇ ਇਸ ਤੋਂ ਵੱਡਾ ਦਾਨ ਕੋਈ ਨਾ ਹੋਇਆ ਨਾ ਹੋ ਸਕਦਾ। ਬਹੁਤ ਬਹੁਤ ਧੰਨਵਾਦ ਜੀ। ਇੱਥੇ ਸਿਵਲ ਹਸਪਤਾਲ ਦੇ ਐਸਐਮਓ ਸਾਹਿਬ ਵੀ ਮੌਜੂਦ ਨੇ, ਡਾਕਟਰ ਬਲਬੀਰ ਕੁਮਾਰ ਜੀ। ਪਹਿਲਾਂ ਉਹਨਾਂ ਨਾਲ ਤੁਹਾਡੀ ਗੱਲ ਕਰਾਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਇੱਥੇ ਸਾਡੇ ਕੁਲਜੀਤ ਸਿੰਘ ਸਰਾਲ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਤੇ ਉਹਨਾਂ ਨਾਲ ਆਏ ਪਤਵੰਤੇ ਸੱਜਣਾ ਦਾ ਇਸ ਖਾਸ ਦਿਨ ਬਲੱਡ ਡੋਨਰ ਡੇ 'ਤੇ ਪਹੁੰਚਣ 'ਤੇ ਧੰਨਵਾਦ ਕਰਦਾ ਹਾਂ, ਜੀ ਆਇਆਂ ਕਹਿੰਦਾ ਹਾਂ। ਤੇ ਜਿਹੜਾ ਅੱਜ ਦਾ ਇਹ ਖਾਸ ਦਿਨ ਹੈ, ਇਹ ਕਾਰਲ ਲੈਂਡਸਟੀਨਰ ਦੇ ਜਨਮ ਦਿਨ 'ਤੇ ਮਨਾਇਆ ਜਾਂਦਾ ਹੈ, ਜੋ ਕਿ ਪੂਰਾ ਮਹੀਨਾ ਚੱਲੇਗਾ। 14 ਜੂਨ ਤੋਂ 14 ਜੁਲਾਈ ਤੱਕ ਇਹ ਕੈਂਪ ਚੱਲਣਗੇ ਤੇ ਅਸੀਂ ਵੱਖ-ਵੱਖ ਥਾਵਾਂ 'ਤੇ ਇਹ ਕੈਂਪ ਲਾਵਾਂਗੇ ਔਰ ਅਵੇਅਰਨੈਸ ਵੀ ਕਰਾਂਗੇ। ਅੱਜ ਵੀ ਕਾਫੀ ਅਵੇਅਰਨੈਸ ਹੋਈ ਹੈ ਤੇ ਮੈਨੂੰ ਉਮੀਦ ਹੈ ਕਿ ਅੱਜ ਵੀ 40-50 ਡੋਨਰ ਇੱਥੇ ਬਲੱਡ ਦੇਣ ਆਉਣਗੇ। ਤੇ ਇਹ ਬਲੱਡ ਜਿਹੜਾ ਹੈਗਾ ਜੀ, ਇਹ ਸਾਡੇ ਸਿਹਤ ਮਹਿਕਮੇ ਲਈ, ਸਾਡੇ ਹੌਸਪੀਟਲ ਦੇ ਲਈ, ਵੱਖ-ਵੱਖ ਤਰ੍ਹਾਂ ਦੇ ਮਰੀਜ਼ਾਂ ਲਈ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਕਿ ਐਕਸੀਡੈਂਟ ਹੋ ਜਾਂਦੇ ਹਨ, ਜਾਂ ਕੋਈ ਬੱਚਾ ਥੈਲਾਸੀਮੀਆ ਤੋਂ ਪੀੜਤ ਹੈ, ਜਾਂ ਅਕਿਊਟ ਲਕੀਮੀਆ, ਇਹੋ ਜਿਹੇ ਕੇਸ ਜਿੱਥੇ ਬਲੱਡ ਨਹੀਂ ਸਹੀ ਤਰ੍ਹਾਂ ਬਣਦਾ, ਜਾਂ ਕੋਈ ਓਲਡ ਏਜ, ਖਾਣ ਪੀਣ ਦੀ ਡੈਫੀਸ਼ੀਐਂਸੀ ਨਾਲ ਸਵੀਅਰ ਅਨੀਮੀਆ ਹੋ ਜਾਂਦਾ, ਜਾਂ ਗਰਭਵਤੀ ਮਾਵਾਂ ਜੱਚਾ ਬੱਚਾ ਦੇ ਆਪਰੇਸ਼ਨਾਂ ਦੌਰਾਨ, ਜਾਂ ਜਣੇਪੇ ਤੋਂ ਬਾਅਦ ਕਈ ਵਾਰ ਖੂਨ ਦੀ ਲੋੜ ਪੈਂਦੀ ਹੈ, ਜਾਂ ਕਈ ਜਿਹੜੀਆਂ ਸੀਰੀਅਸ ਬਿਮਾਰੀਆਂ, ਕੈਂਸਰ, ਹੋਰ ਗੁਰਦੇ ਦੀਆਂ ਬਿਮਾਰੀਆਂ, ਜਾਂ ਵੱਡੇ ਆਪਰੇਸ਼ਨ, ਉੱਥੇ ਵੀ ਸਾਨੂੰ ਖੂਨ ਦੀ ਜ਼ਰੂਰਤ ਪੈਂਦੀ ਹੈ। ਇਸ ਕਰਕੇ ਮੈਂ ਸਾਰੇ ਡੋਨਰਜ਼ ਨੂੰ ਔਰ ਆਮ ਜਨਤਾ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਖੂਨ ਦਾਨ ਜਿਹੜਾ ਕੀਤਾ ਜਾਵੇ, ਤਾਂ ਕਿ ਆਉਣ ਵਾਲੇ ਸਮੇਂ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਆਉਂਦੀ ਹੈ ਜਾਂ ਕਿਸੇ ਤਰ੍ਹਾਂ ਦੀ ਸਾਨੂੰ ਕੋਈ ਲੋੜ ਹੁੰਦੀ ਹੈ ਤੇ ਸਾਨੂੰ ਖੂਨ ਦੀ ਘਾਟ ਨਾ ਮਹਿਸੂਸ ਹੋਵੇ। ਔਰ ਇਸ ਤਰ੍ਹਾਂ ਹੀ ਜਿਹੜੀ ਸਮਾਜ ਸੇਵਾ ਦਾ ਕੰਮ ਹੈ ਔਰ ਹੌਸਪੀਟਲ ਦਾ ਕੰਮ ਹੈ, ਆਪਣੇ ਤੁਹਾਡੇ ਕੋਆਰਡੀਨੇਸ਼ਨ ਸਹਿਯੋਗ ਨਾਲ ਚੱਲਦਾ ਰਹੇ। ਧੰਨਵਾਦ।
ਡਾਕਟਰ ਸਾਹਿਬ ਇੱਕ ਜਾਣਕਾਰੀ ਹੋਰ ਦਿਓ ਸਾਡੇ ਦਰਸ਼ਕਾਂ ਨੂੰ, ਜਿਸ ਤਰ੍ਹਾਂ ਕਿ ਖੂਨਦਾਨ ਲਿਆ ਜਾਂਦਾ ਉਹ ਲੈਣ ਤੋਂ ਪਹਿਲਾਂ ਕੀ ਪ੍ਰੀਕਾਸ਼ਨ ਲਈਆਂ ਜਾਂਦੀਆਂ ਨੇ, ਕਿ ਉਹਨਾਂ ਵਿੱਚ ਕੁਝ ਲੋਕਾਂ ਦਾ ਖੂਨ ਰਿਜੈਕਟ ਵੀ ਹੁੰਦਾ? ਹਾਂਜੀ, ਇਹਦੇ ਵਿੱਚ ਟੈਸਟ ਕੀਤੇ ਜਾਂਦੇ ਹਨ, ਵਾਇਰਲ ਮਾਰਕਸ ਵੀ ਲਏ ਜਾਂਦੇ ਹਨ। ਜੇ ਕੋਈ ਖੂਨ ਘੱਟ ਹੈ ਜਾਂ ਕੋਈ ਬਿਮਾਰੀ ਹੈ, ਜਿਸ ਤਰ੍ਹਾਂ ਕੋਈ ਸੀਵੀਅਰ ਕੋਈ ਪੀਲੀਆ ਹੋ ਸਕਦਾ, ਕੋਈ ਹੋਰ ਕਈ ਬਿਮਾਰੀਆਂ ਹੋ ਸਕਦੀਆਂ, ਉੱਥੇ ਉਹ ਖੂਨ ਜਿਹੜਾ ਹੈ ਉਹ ਨਹੀਂ ਲਿਆ ਜਾਂਦਾ। ਵੈਸੇ ਜਨਰਲ ਤੌਰ 'ਤੇ ਜਿਹੜੇ ਡਾਕਟਰ ਹੈ ਆਮ ਤੌਰ 'ਤੇ ਜਨਰਲ ਫਿਜ਼ੀਕਲ ਐਗਜ਼ਾਮਿਨ ਵੀ ਦੇਖ ਲੈਂਦੇ ਹਨ ਕਿ ਇਹ ਪਰਸਨ ਐਲੀਜੀਬਲ ਹੈ ਦੇਣ ਲਈ ਕਿ ਨਹੀਂ ਹੈ, ਇਸ ਕਰਕੇ ਟੈਸਟ ਤਾਂ ਕੀਤੇ ਜਾਂਦੇ ਹਨ। ਕਿੰਨੇ ਸਮੇਂ ਬਾਅਦ ਦੁਬਾਰਾ ਖੂਨਦਾਨ ਦੇ ਸਕਦੇ? 3 ਮਹੀਨੇ ਬਾਅਦ ਦੇ ਸਕਦੇ ਹਾਂ ਦੁਬਾਰਾ। ਬਹੁਤ ਧੰਨਵਾਦ ਡਾਕਟਰ ਬਲਬੀਰ ਜੀ। ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਵੀ ਇੱਥੇ ਪਹੁੰਚੇ ਨੇ ਸਰਦਾਰ ਕੁਲਜੀਤ ਸਿੰਘ ਸਰਾਲ ਜੀ, ਉਹਨਾਂ ਨਾਲ ਵੀ ਗੱਲ ਕਰਾਉਂਦੇ ਆ ਇਸ ਮੌਕੇ ਤੇ ਕੀ ਕਹਿਣਗੇ। ਅੱਜ ਬੰਗਾ ਸਿਵਲ ਹਸਪੀਟਲ ਵਿਖੇ ਬਲੱਡ ਡੋਨਰ ਸੁਸਾਇਟੀ ਬੰਗਾ ਵੱਲੋਂ ਦੁਨੀਆ ਦੇ ਮਹਾਨ ਸਾਇੰਸਦਾਨ ਕਰਲ ਲੈਂਡਸਟੀਨਰ ਜੀ ਦੇ ਜਨਮ ਦਿਨ ਮੌਕੇ ਅੱਜ ਖੂਨਦਾਨ ਕੈਂਪ ਲਗਵਾਇਆ ਗਿਆ। ਇਸ ਮੌਕੇ ਜਿੱਥੇ ਸਾਡੀ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਹਾਜ਼ਰ ਹਨ, ਉੱਥੇ ਸੁਸਾਇਟੀ ਦੇ ਮੈਂਬਰ ਔਰ ਸਾਡੇ ਐਸਐਮਓ ਸਾਹਿਬ ਸਰ ਬਲਵੀਰ ਜੀ ਹਾਜ਼ਰ ਹਨ। ਕਿ ਸੋ ਮੈਂ ਸਮਝਦਾ ਕਿ ਜਿਹੜੇ ਖੂਨਦਾਨ ਕੈਂਪ ਹੈ ਇਹ ਸਮਾਜ ਦੇ ਲਈ ਬਹੁਤ ਜ਼ਰੂਰੀ ਹਨ, ਔਰ ਖੂਨਦਾਨ ਤੋਂ ਵੱਡਾ ਦਾਨ ਕੋਈ ਨਹੀਂ ਹੈ, ਕਿਉਂਕਿ ਇਸ ਦੇ ਨਾਲ ਜਿੱਥੇ ਅਸੀਂ ਜੋ ਲੋੜਵੰਦ ਲੋਕ ਹਨ ਉਹਨਾਂ ਨੂੰ ਬਚਾਉਣ ਵਿੱਚ ਇਹ ਸਹਾਇਤਾ ਦਿੰਦੇ ਹਨ, ਉੱਥੇ ਹੀ ਇਸ ਦੇ ਨਾਲ ਸਮਾਜ ਵਿੱਚ ਅਵੇਅਰਨੈਸ ਵੀ ਆਉਂਦੀ ਹੈ। ਸੋ ਜਿਨ੍ਹਾਂ ਦੇ ਜਨਮ ਦਿਨ 'ਤੇ ਕਰਲ ਲੈਂਡਸਟੀਨਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਇਹ ਜੋ ਖੂਨਦਾਨ ਕੈਂਪ 1 ਮਹੀਨਾ ਲਗਾਤਾਰ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਹ ਪ੍ਰੋਗਰਾਮ ਲਿਖਿਆ ਗਿਆ ਹੈ ਕਿ ਵੱਖ-ਵੱਖ ਸਥਾਨਾਂ 'ਤੇ ਲਗਾਇਆ ਜਾਵੇ। ਸੋ ਉਹਨਾਂ ਨੇ ਆਪਣੀ ਜੀਵਨ ਦੌਰਾਨ ਜੋ ਇਹ ਬਲੱਡ ਗਰੁੱਪਾਂ ਦੀ ਖੋਜ ਕੀਤੀ, ਮੈਂ ਸਮਝਦਾ ਕਿ ਇਹੋ ਜਿਹੀਆਂ ਸ਼ਖਸੀਅਤਾਂ ਬਹੁਤ ਘੱਟ ਦੁਨੀਆ 'ਤੇ ਆਉਂਦੀਆਂ ਹਨ ਕਿ ਅੱਜ ਉਹਨਾਂ ਦੀ ਬਦੌਲਤ ਹੀ ਅਸੀਂ ਇੱਕ ਤੰਦਰੁਸਤ ਜੀਵਨ ਬਤੀਤ ਕਰ ਰਹੇ ਹਾਂ। ਔਰ ਜੋ ਅੱਜ ਜੋ ਵੀ ਲੋੜਵੰਦ ਲੋਕ ਹੁੰਦੇ ਹਨ, ਜੋ ਇੱਕ ਦੂਜੇ ਦੀ ਜਾਨ ਨੂੰ ਬਚਾਇਆ ਜਾਂਦਾ ਹੈ, ਉਹ ਜੇ ਉਹਨਾਂ ਨੇ ਇਹ ਖੋਜ ਕੀਤੀ ਤਾਂ ਜਦੋਂ ਆਪਾਂ ਖੂਨਦਾਨ ਕਰਦੇ ਹਾਂ, ਜਿਹੜਾ ਖੂਨਦਾਨ ਕਰ ਉਹ ਦੂਜੇ ਕਰਕੇ ਉਹ ਦੂਜੇ ਵਿਅਕਤੀ ਦੇ ਕੰਮ ਆਉਂਦਾ ਹੈ ਕਿ ਇਹ ਉਹਨਾਂ ਨੇ ਇੱਕ ਸਾਰੇ ਵਿਸ਼ਵ ਨੂੰ ਬਹੁਤ ਵੱਡਾ ਇੱਕ ਸਾਧਨ ਦਿੱਤਾ ਕਿ ਜਿਸ ਦੇ ਲਈ ਅਸੀਂ ਸਾਰਾ ਦੁਨੀਆ ਉਹਨਾਂ ਨੂੰ ਅੱਜ ਯਾਦ ਕਰ ਰਹੇ ਹਾਂ। ਸੋ ਮੈਂ ਇਸ ਮੌਕੇ 'ਤੇ ਆਪਣੇ ਵੱਡੇ ਵੀਰ ਦਿਲਬਾਗ ਸਿੰਘ ਬਾਗੀ ਜੀ ਦਾ, ਅਮਰਦੀਪ ਬੰਗਾ ਜੀ ਦਾ, ਸ਼ਿਵ ਕੌੜਾ ਜੀ ਦਾ, ਐਸਐਮਓ ਸਾਹਿਬ ਦਾ, ਆਪਣੇ ਜਿੰਨੇ ਵੀ ਸਾਡੇ ਸੁਸਾਇਟੀ ਦੇ ਮੈਂਬਰ ਹਨ ਜਾਂ ਆਮ ਆਦਮੀ ਪਾਰਟੀ ਦੀ ਜਿੰਨੀ ਸਾਡੀ ਲੀਡਰਸ਼ਿਪ ਹੈ, ਜਿੱਥੇ ਇਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਸ ਨੇਕ ਕਾਰਜ ਦਾ ਸਾਨੂੰ ਹਿੱਸਾ ਬਣਾਉਣ ਦੇ ਲਈ ਮੈਂ ਧੰਨਵਾਦ ਕਰਦਾ ਹਾਂ, ਉੱਥੇ ਹੀ ਇਹਨਾਂ ਨੂੰ ਇਹ ਵਧਾਈ ਵੀ ਦਿੰਦਾ ਹਾਂ ਕਿ ਜਿਨ੍ਹਾਂ ਨੇ ਉਪਰਾਲਾ ਕਰਕੇ ਅੱਜ ਸਮਾਜ ਦੀ ਬਿਹਤਰੀ ਵਿੱਚ ਆਪਣਾ ਯੋਗਦਾਨ ਪਾਇਆ ਹੈ। ਸੋ ਆਸ ਰੱਖਦਾ ਹਾਂ ਕਿ ਇਹ ਆਉਣ ਵਾਲੇ ਸਮੇਂ ਵਿੱਚ ਵੀ ਇਹ ਸੁਸਾਇਟੀ ਇਸੇ ਤਰ੍ਹਾਂ ਕੰਮ ਕਰਦੀ ਰਹੇਗੀ, ਔਰ ਜੋ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਦੀ ਨੀਤੀ ਹੈ ਹੈਲਥ ਨੂੰ ਸਿਸਟਮ ਨੂੰ ਸੁਧਾਰਨ ਦੀ, ਅਸੀਂ ਸਾਰੇ ਜਾਣੇ ਉਸ ਨੀਤੀ ਨੂੰ ਲੈ ਕੇ ਸਮਾਜ ਵਿੱਚ ਵਿਚਰ ਰਹੇ ਹਾਂ ਔਰ ਹਮੇਸ਼ਾ ਤੋਂ ਅੱਗੇ ਤੋਂ ਵੀ ਵਿਚਰਦੇ ਰਹਾਂਗੇ। ਸੋ ਸਾਰਿਆਂ ਦਾ ਇੱਥੇ ਪਹੁੰਚਣ 'ਤੇ ਵੀ ਜਿੰਨੇ ਡੋਨਰ ਹਨ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਅਪੀਲ ਵੀ ਬੇਨਤੀ ਵੀ ਕਰਨੀ ਚਾਹਾਂਗਾ ਆਪਦੇ ਚੈਨਲ PB 32 PB 78 ਦੇ ਰਾਹੀਂ ਕਿ ਜਿੱਥੇ ਜਿੱਥੇ ਵੀ ਇਹ ਬਲੱਡ ਕੈਂਪ ਖੂਨਦਾਨ ਕੈਂਪ ਲਗਾਏ ਜਾਣ, ਉੱਥੇ ਵੱਧ ਤੋਂ ਵੱਧ ਖੂਨਦਾਨ ਕਰਕੇ ਇਸ ਮਹਾਦਾਨ ਦਾ ਹਿੱਸਾ ਜ਼ਰੂਰ ਬਣ। ਮੈਂ ਸਾਰੇ ਨੌਜਵਾਨ ਵੀਰਾਂ ਨੂੰ, ਭੈਣਾਂ ਭਰਾਵਾਂ ਨੂੰ ਇਹ ਅਪੀਲ ਤੇ ਬੇਨਤੀ ਕਰਨਾ ਚਾਹਾਂਗਾ। ਸਾਰਿਆਂ ਦਾ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ। ਸਰਾਂ ਸਾਹਿਬ, ਵੈਸੇ ਤਾਂ ਵਧੀਆ ਉਪਰਾਲਾ ਹੈ ਵੀ ਜਿਹੜਾ ਇਹ ਖੂਨਦਾਨ ਕੈਂਪ ਦੀ ਤੁਸੀਂ ਵੀ ਅਪੀਲ ਕਰ ਰਹੇ ਹੋ ਸਾਰੇ ਆਪਣੇ ਨੂੰ। ਵੈਸੇ ਜੇ ਦੇਖਿਆ ਜਾਵੇ ਤਾਂ ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ, ਲੋਕਾਂ ਦੀਆਂ ਜਿਹੜੀਆਂ ਖਾਸ਼ਾਂ ਸੀਗੀਆਂ, ਲੋਕਾਂ ਨੇ ਜੋ ਸੋਚਿਆ ਸੀ ਉਹਨੂੰ ਪੂਰ ਪੈਣਾ ਸ਼ੁਰੂ ਹੋ ਗਿਆ ਔਰ ਵੱਡੀਆਂ ਵੱਡੀਆਂ ਸਹੂਲਤਾਂ ਪੰਜਾਬ ਸਰਕਾਰ ਦੇ ਰਹੀ ਹੈ। ਤੇ ਜਿਸ ਤਰ੍ਹਾਂ ਆਪਾਂ ਸਿਹਤ ਦੀ ਅੱਜ ਗੱਲ ਕਰ ਰਹੇ ਹਾਂ, ਤੇ ਸਿਹਤ ਦੇ ਲਿਹਾਜ਼ ਦੇ ਨਾਲ ਕੀ ਸਮਝਦੇ ਹੋ ਕੀ ਆਉਣ ਵਾਲੇ ਸਮੇਂ ਦੇ ਵਿੱਚ ਸੁਧਾਰ ਕਰ ਰਹੀ ਹੈ ਪੰਜਾਬ ਸਰਕਾਰ ਔਰ ਕੀ ਹੋਰ ਕਰ ਰਹੀ ਹੈ ਸਿਹਤ ਦੇ ਲਿਹਾਜ਼ ਦੇ ਵਿੱਚ? ਮਨਜਿੰਦਰ ਜੀ, ਜਿਸ ਤਰ੍ਹਾਂ ਆਪਨੇ ਕਿਹਾ ਕਿ ਬੂਰ ਪੈਣਾ ਸ਼ੁਰੂ ਹੋ ਗਿਆ ਹੈ, 15 ਅਗਸਤ ਨੂੰ ਸਾਰੇ ਪੰਜਾਬ ਦੇ ਵਿੱਚ ਜਿਸ ਦਿਨ ਦੇਸ਼ ਆਪਣਾ ਆਜ਼ਾਦ ਹੋਇਆ ਸੀ, ਉਸ ਦਿਨ ਸਾਰੇ ਪੰਜਾਬ ਦੇ ਵਿੱਚ ਜਿੱਥੇ ਮੇਨ ਸਿਟੀਆਂ ਹਨ ਮੁਹੱਲਾ ਕਲੀਨਿਕ ਖੁੱਲ੍ਹਣ ਜਾ ਰਿਹਾ ਹੈ। ਆਪਣੇ ਮੈਂ ਦੱਸਣਾ ਚਾਹਾਂਗਾ ਆਪਣੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਸਰੋਤਿਆਂ ਨੂੰ ਕਿ 15 ਅਗਸਤ ਨੂੰ ਜਿੱਥੇ ਬੰਗਾ ਸ਼ਹਿਰ ਦੇ ਵਿੱਚ ਔਰ ਨਵਾਂ ਸ਼ਹਿਰ 'ਚ ਬਲਾਚੌਰ ਦੇ ਵਿੱਚ
ਕਿ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸੇ ਤਰ੍ਹਾਂ ਹੀ ਸਾਰੇ ਪੰਜਾਬ ਦੇ ਡਿਸਟ੍ਰਿਕਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇਹ ਸ਼ੁਰੂਆਤ ਕੀਤੀ ਜਾ ਰਹੀ ਆ ਔਰ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਜਿੰਨੀਆਂ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਤੋਂ ਪਹਿਲਾਂ ਸਰਕਾਰ ਬਣਨ ਤੋਂ ਪਹਿਲਾਂ ਗਰੰਟੀਆਂ ਦਿੱਤੀਆਂ ਸਨ ਉਹ ਆਉਣ ਵਾਲੇ ਸਮੇਂ ਵਿੱਚ ਪੂਰੀਆਂ ਕੀਤੀਆਂ ਜਾਣਗੀਆਂ ਔਰ ਪੰਜਾਬ ਦੇ ਵਿੱਚ ਜੋ ਭ੍ਰਿਸ਼ਟਾਚਾਰ ਔਰ ਨਸ਼ਾ ਫੈਲਾਇਆ ਜਾ ਚੁੱਕਾ ਸੀ ਪਿਛਲੇ ਸਮੇਂ ਦੌਰਾਨ 75 ਸਾਲਾਂ ਦੌਰਾਨ ਉਸ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਉਹਨੂੰ ਨੱਥ ਪਾਉਣ ਦੇ ਵਿੱਚ ਵਚਨਬੱਧ ਨਾਲ ਪਾਵਾਂਗੇ ਜੀ। ਸਾਇੰਸ ਨੇ ਬਹੁਤ ਵੱਡੀ ਤਰੱਕੀ ਕੀਤੀ ਆ ਪਰ ਅੱਜ ਤੱਕ ਮਨੁੱਖੀ ਖੂਨ ਦਾ ਬਦਲ ਸਾਇੰਸ ਲੱਭਣ ਵਿੱਚ ਅਸਫਲ ਰਹੀ ਆ। ਸਿਰਫ ਕੇਵਲ ਤੇ ਕੇਵਲ ਇੱਕ ਤੰਦਰੁਸਤ ਮਨੁੱਖ ਹੀ ਦੂਸਰੇ ਮਨੁੱਖ ਨੂੰ ਜਿਹੜਾ ਆ ਉਹ ਖੂਨਦਾਨ ਕਰ ਸਕਦਾ। ਆਮ ਸਾਡਾ ਸਲੋਗਨ ਹੈ ਕਿ ਖੂਨਦਾਨ ਮਹਾਦਾਨ। ਇਹ ਮਹਾਦਾਨ ਕਿਉਂ ਕਿਹਾ ਗਿਆ? ਜਿੰਨੇ ਦਾਨ ਨੇ ਸਾਰੇ ਹੀ ਸਰਵਉੱਤਮ ਨੇ, ਲੇਕਿਨ ਕਿਸੇ ਨੂੰ ਤੁਸੀਂ ਭੋਜਨ ਦਾ ਦਾਨ ਕਰਦੇ ਆ, ਉਹਨੂੰ ਸਵੇਰੇ ਭੋਜਨ ਖਾਇਆ ਤਾਂ ਉਹਨੂੰ ਸ਼ਾਮ ਨੂੰ ਭੁੱਖ ਲੱਗ ਜਾਣੀ ਆ। ਕਿਸੇ ਨੂੰ ਕੱਪੜੇ ਦਾ ਦਾਨ ਕਰਦੇ ਆ, ਉਹਦੀ ਵੀ ਲਾਈਫ ਆ ਸਾਲ 6 ਮਹੀਨੇ 'ਚ ਕੱਪੜੇ ਨੇ ਫੜ ਜਾਣਾ। ਲੇਕਿਨ ਜਿਹੜਾ ਖੂਨਦਾਨ ਆ, ਜਿਹੜਾ ਵਿਅਕਤੀ ਖੂਨਦਾਨ ਕਿਸੇ ਪੀੜਤ ਵਿਅਕਤੀ ਨੂੰ ਕਰਦਾ, ਜਦੋਂ ਤੱਕ ਉਹ ਜੀਵਤ ਰਹਿੰਦਾ ਉਦੋਂ ਤੱਕ ਉਸ ਦਾ ਜਿਹੜਾ ਦਾਨ ਆ ਉਹ ਸਦੀਵੀ ਰਹਿੰਦਾ। ਉਹਦੀਆਂ ਰਗਾਂ ਦੇ ਵਿੱਚ ਖੂਨ ਜਿਹੜਾ ਉਹ ਦੌਰਾ ਕਰਦਾ। ਇਸ ਕਰਕੇ ਇਸ ਖੂਨਦਾਨ ਨੂੰ ਮਹਾਦਾਨ ਕਿਹਾ ਗਿਆ। ਦੂਸਰੀ ਗੱਲ ਵੀ ਅੱਜ ਹਿੰਦੁਸਤਾਨ ਦੇ ਵਿੱਚ ਇੰਨੀ ਮੈਡੀਕਲ ਅਵੇਅਰਨੈਸ ਨਹੀਂ। ਇੱਕ ਖੂਨਦਾਨੀ ਜਿਹੜਾ ਖੂਨਦਾਨ ਕਰਦਾ ਉਹਦੇ ਲਈ ਫਾਇਦੇਮੰਦ ਕਿਹੜੀ ਚੀਜ਼ ਹੈਗੀ ਆ। ਅਸੀਂ 6 ਮਹੀਨਿਆਂ ਬਾਅਦ ਸਾਲ ਮਹੀਨੇ 'ਚ ਕਦੀ ਆਪਣਾ ਮੈਡੀਕਲ ਨਹੀਂ ਕਰਾਉਂਦੇ। ਸਾਡਾ ਰੂਟੀਨ ਦੀ ਹੈ, ਖਾਣਾ ਪੀਣਾ ਤਾਂ ਸਾਡਾ ਬਹੁਤ ਵਧੀਆ ਹੈ। ਲੇਕਿਨ ਜਿਹੜਾ ਬੰਦਾ ਖੂਨਦਾਨ ਕਰਦਾ ਉਸ ਦੇ ਆਟੋਮੈਟਿਕਲੀ ਸਾਰੇ ਹੀ ਟੈਸਟ ਜਿਹੜੇ ਮੇਜਰ ਟੈਸਟ ਨੇ ਬੋਡੀ ਦੇ ਉਹ ਹੋ ਜਾਂਦੇ ਨੇ। ਉਸ ਨੂੰ ਇੱਕ ਤੰਦਰੁਸਤੀ ਦਾ ਬਲੱਡ ਬੈਂਕ ਵੱਲੋਂ ਸਰਟੀਫਿਕੇਟ ਵੀ ਦਿੱਤਾ ਜਾਂਦਾ। ਤੇ ਇਸ ਕਰਕੇ ਮੈਂ ਅੱਜ ਦੇ ਮੁਬਾਰਕ ਦਿਨ ਦੇ ਉੱਤੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜਾ ਇਨਸਾਨ ਤੰਦਰੁਸਤ ਹੈ, ਜਿਹਦੀ ਉਮਰ 18 ਸਾਲ ਤੋਂ ਵੱਧ ਹੈ ਤੇ ਭਾਰ 45 ਕਿਲੋ ਤੋਂ ਉੱਪਰ ਹੈ, ਉਹ ਖੂਨਦਾਨ ਕਰ ਸਕਦਾ। ਕਿਉਂ ਜਿਹੜੇ ਸਾਡੇ ਬਲੱਡ ਦੇ ਸੈੱਲ ਨੇ, ਅਗਰ ਅਸੀਂ ਖੂਨਦਾਨ ਨਹੀਂ ਕਰਦੇ ਉਹ 21 ਦਿਨ ਬਾਅਦ ਆਪਣੇ ਆਪ ਹੀ ਮਤਲਬ ਖਤਮ ਹੋ ਕੇ ਨਵੇਂ ਸੈੱਲ ਜਨਰੇਟ ਹੁੰਦੇ ਨੇ। 14 ਜੂਨ 1922 ਨੂੰ ਜਿਹੜਾ ਖੂਨ ਦੇ ਇਹ ਮਨਾਇਆ ਜਾਂਦਾ। ਇਹ ਕਾਰਲ ਲੈਂਡਸਟੀਨਰ ਸਾਇੰਟਿਸਟ ਹੋਇਆ ਤੇ ਨੋਬਲ ਪ੍ਰਾਈਜ਼ ਵਿਨਰ ਸੀਗੇ। ਉਹਨਾਂ ਨੇ ਮਤਲਬ ਬਲੱਡ ਗਰੁੱਪਿੰਗ ਤੋਂ ਬਾਅਦ ਇਹਨਾਂ ਨੂੰ ਨੋਬਲ ਪ੍ਰਾਈਜ਼ ਦਿੱਤਾ ਗਿਆ। ਬਲੱਡ ਗਰੁੱਪ ਤੋਂ ਬਾਅਦ ਦੱਸਿਆ ਤੇ ਮਤਲਬ ਇਹ ਕਾਰਡ ਵੀ ਕਿ ਇੱਕ ਜਿਹੜਾ ਮਨੁੱਖ ਦਾ ਬਲੱਡ ਦੂਜੇ ਮਨੁੱਖ ਨੂੰ ਕਿਵੇਂ ਦੇ ਸਕਦਾ ਤੇ ਬਲੱਡ ਗਰੁੱਪ ਤੋਂ ਬਾਅਦ ਇਹ ਪੋਸੀਬਲ ਹੋ ਸਕਿਆ। ਔਰ ਬਲੱਡ ਗਰੁੱਪ ਦੀ ਜਿਹੜਾ ਖੂਨਦਾਨ ਹੈ ਇਹਨੂੰ ਮਹਾਦਾਨ ਕਿਹਾ ਗਿਆ ਹੈ। ਕੋਈ ਵੀ ਤੰਦਰੁਸਤ ਵਿਅਕਤੀ 18 ਸਾਲ ਤੋਂ ਉੱਪਰ ਜਿਹੜਾ ਹੈ ਤੰਦਰੁਸਤ ਜਿਹਦਾ ਭਾਰ 45 ਕਿਲੋ ਤੋਂ ਉੱਪਰ ਜਾਂ 50-60 ਕਿਲੋ ਤੋਂ ਉੱਪਰ ਹੈ ਉਹ ਆਰਾਮ ਨਾਲ ਹੀ ਬਲੱਡ ਦੇ ਸਕਦਾ ਹੈ। ਉਹਨੂੰ ਬਲੱਡ ਦੇਣ ਦੇ ਬੜੇ ਫਾਇਦੇ ਹੁੰਦੇ ਆ। ਉਹਦਾ ਕੋਲੇਸਟ੍ਰੋਲ ਵੀ ਘਟਦਾ ਹੈ, ਉਹਦੇ ਸਾਰੇ ਆਟੋਮੈਟਿਕ ਟੈਸਟ ਵੀ ਹੋ ਜਾਂਦੇ। ਬਾਕੀ ਸਾਨੂੰ ਖੂਨਦਾਨ ਦੇ ਨਾਲ ਇਹਦੀ ਜ਼ਰੂਰਤ ਕਿਉਂ ਹੈ? ਇਹਦੀ ਜ਼ਰੂਰਤ ਜ਼ਿਆਦਾ ਮੈਡੀਕਲ ਪ੍ਰੋਫੈਸ਼ਨ ਦੇ ਜਾਂ ਹਸਪੀਟਲਾਂ ਦੇ ਵਿੱਚ ਆਮ ਤੌਰ 'ਤੇ ਕੋਈ ਐਕਸੀਡੈਂਟ ਦੇ ਕੇਸ ਹੁੰਦੇ ਆ, ਜਿੱਥੇ ਫ੍ਰੈਕਚਰ ਹੋ ਜਾਂਦੀ ਆ ਜਾਂ ਜ਼ਿਆਦਾ ਖੂਨ ਵਹਿ ਜਾਂਦਾ, ਉੱਥੇ ਲੋੜ ਪੈਂਦੀ ਹੈ। ਜਾਂ ਬੱਚਿਆਂ 'ਚ ਥੈਲਾਸੀਮੀਆ ਇੱਕ ਬਿਮਾਰੀ ਹੈ ਜਿਹਦੇ ਵਿੱਚ ਖੂਨ ਦੇ ਨਵੇਂ ਸੈੱਲ ਬਣਦੇ ਹੀ ਨਹੀਂ। ਬੱਚੇ ਨੂੰ ਵਾਰ-ਵਾਰ ਸਾਨੂੰ ਖੂਨ ਚੜਾਉਣਾ ਪੈਂਦਾ ਹੈ। ਜਾਂ ਕੋਈ ਹੋਰ ਕਈ ਬਿਮਾਰੀਆਂ ਓਲਡ ਏਜ ਵਿੱਚ, ਜਿਸ ਤਰ੍ਹਾਂ ਕਿ ਮਾਲ ਨਿਊਟ੍ਰੀਸ਼ਨ ਹੋ ਗਈ ਜਾਂ ਅਬਜ਼ੌਰਪਸ਼ਨ ਤੱਤਾਂ ਦੀ ਘਟ ਗਈ, ਜ਼ਿਆਦਾ ਓਲਡ ਏਜ ਵਿੱਚ ਵੀ ਵੀਕਨੈਸ ਆ ਜਾਂਦੀ ਹੈ। ਖੁਰਾਕੀ ਕਮੀ ਦੇ ਨਾਲ ਖੂਨ ਦੀ ਕਮੀ ਆ ਜਾਂਦੀ, ਬਹੁਤ ਸੀਵੀਅਰ ਅਨੀਮੀਆ ਹੋ ਜਾਂਦਾ ਹੈ। ਉੱਥੇ ਵੀ ਮਰੀਜ਼ ਨੂੰ ਸਾਨੂੰ ਬਲੱਡ ਦੇਣਾ ਪੈਂਦਾ ਹੈ। ਫਿਰ ਏਐਸਸੀ ਕੇਸਾਂ ਦੇ ਵਿੱਚ ਗਰਭਵਤੀ ਔਰਤਾਂ ਦੇ ਵਿੱਚ ਖੂਨ ਦੀ ਕਮੀ ਆ ਜਾਂਦੀ ਹੈ, ਜਾਂ ਜਣੇਪੇ ਤੋਂ ਬਾਅਦ ਉਹਨਾਂ ਦੇ ਵਿੱਚ ਜ਼ਿਆਦਾ ਖੂਨ ਦੀ ਕਮੀ ਆ ਜਾਂਦੀ ਹੈ, ਜਾਂ ਕਿਸੇ ਆਪਰੇਸ਼ਨ ਦੇ ਦੌਰਾਨ ਹਸਟੈਕਟਮੀ ਆਦਿ ਵਿੱਚ ਵੀ ਸਾਨੂੰ ਜਿਹੜੇ ਬਲੱਡ ਦੀ ਲੋੜ ਪੈਂਦੀ ਹੈ। ਫਿਰ ਬਾਕੀ ਸੀਜ਼ਨਲ ਬਿਮਾਰੀਆਂ, ਡੇਂਗੂ, ਮਲੇਰੀਆ, ਟਾਈਫਾਇਡ, ਹੋਰ ਕਈ ਕਰੋਨਿਕ ਬਿਮਾਰੀਆਂ, ਟੀਵੀ, ਕੈਂਸਰ, ਜਿਨ੍ਹਾਂ ਦੇ ਵਿੱਚ ਮਰੀਜ਼ਾਂ ਨੂੰ ਖੂਨ ਦੀ ਲੋੜ ਪੈਂਦੀ ਹੈ। ਇਸ ਕਰਕੇ ਬਹੁਤ ਇਲਾਜ ਹੈ ਜਿਹੜੇ ਖੂਨ ਤੋਂ ਬਿਨਾਂ ਨਹੀਂ ਹੋ ਸਕਦੇ। ਇਹ ਖੂਨਦਾਨ ਜਿਹੜਾ ਬਹੁਤ ਜ਼ਰੂਰੀ ਹੈ, ਸਾਡੇ ਮੈਡੀਕਲ ਪ੍ਰੋਫੈਸ਼ਨ ਲਈ ਅਤੀ ਜ਼ਰੂਰੀ ਹੈ। ਔਰ ਮੈਂ ਅੱਜ ਦੇ ਦਿਨ 'ਤੇ
ਜਿਹੜੇ ਡੋਨਰ ਹੈ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ, ਕਿਉਂਕਿ ਇਹ ਬਲੱਡ ਡੋਨਰ ਡੇ ਹੀ ਹੈ। ਇਸ ਕਰਕੇ ਮੈਂ ਸਾਰੇ ਆਏ ਹੋਏ ਪਤਵੰਤੇ ਸੱਜਣਾਂ ਦਾ, ਰੋਟਰੀ ਕਲੱਬ ਦਾ, ਸਾਡੇ ਬਾਗੀ ਸਾਹਿਬ ਤੇ ਇਹਨਾਂ ਦੇ ਨਾਲ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ ਜੀ। ਔਰ ਮੁਬਾਰਕਾਂ ਜਿਹੜੇ ਸਾਡੇ ਸੱਜਣ ਖੂਨਦਾਨ ਕਰ ਰਹੇ ਨੇ, ਸਾਰੀਆਂ ਗੱਲਾਂ ਦੱਸ ਦਿੱਤੀਆਂ ਆ। ਸੋ ਅੱਜ ਸਿਵਲ ਹਸਪਤਾਲ ਬੰਗਿਆ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲੱਗਾ ਹੋਇਆ। ਸੋ ਆਸ ਕਰਦੇ ਹਾਂ ਕਿ ਤੁਸੀਂ ਵੀ ਆਪਣੇ ਪਿੰਡਾਂ ਦੇ ਵਿੱਚ ਯੂਨਿਟ ਬਣਾਓ। ਬਹੁਤ ਘੱਟ ਆ ਜਿਹੜੇ ਲੋਕ ਡੋਨੇਟ ਕਰਦੇ ਆ, ਅੱਜ ਵੀ 4 ਤੋਂ 6% ਹੀ ਹੈ ਜਿਹੜੀ ਰੇਸ਼ੋ ਆਈ ਹੈ, ਤੇ ਹਰ ਇੱਕ ਸੈਕਿੰਡ ਦੇ ਬਾਅਦ ਬੰਦੇ ਨੂੰ ਲੋੜ ਪੈਂਦੀ ਹੈ ਦੁਨੀਆ ਦੇ ਵਿੱਚ, ਇੰਨੇ ਐਕਸੀਡੈਂਟ ਹੁੰਦੇ ਆ। ਸੋ ਮੈਂ ਅੱਜ ਆਪਣਾ ਬਲੱਡ ਦੇ ਕੇ ਬਹੁਤ ਹੀ ਖੁਸ਼ ਹਾਂ, ਔਰ ਮੈਂ ਸਾਰਿਆਂ ਨੂੰ ਹੀ ਇਹ ਅਪੀਲ ਕਰੂੰਗਾ ਕਿ ਆਪਣਾ ਖੂਨਦਾਨ ਜ਼ਰੂਰ ਕਰੋ, ਕਿਉਂਕਿ ਇਹਦੇ ਨਾਲ ਕਿਸੇ ਹੋਰ ਇਨਸਾਨ ਦੀ ਜਾਨ ਬਚਾਈ ਜਾ ਸਕਦੀ ਆ। ਇਸ ਕਰਕੇ ਮੈਂ ਸਾਰਿਆਂ ਨੂੰ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਇਹੀ ਬੇਨਤੀ ਕਰੂੰਗਾ ਕਿ ਜਦੋਂ ਵੀ ਟਾਈਮ ਮਿਲੇ ਤਾਂ ਆਪਣਾ ਬਲੱਡ ਜ਼ਰੂਰ ਡੋਨੇਟ ਕਰੋ, ਤਾਂ ਜੋ ਇਸ ਨਾਲ ਕਿਸੇ ਹੋਰ ਵਿਅਕਤੀ ਦੀ ਜਾਨ ਬਚਾਈ ਜਾ ਸਕੇ।